जय गुरु जी, जय गुरु जी। संगत जी अभी पाठ शुरू किया ही था। गुरु जी ने मेरा हाथ पकड़ा है और ऊपर की तरफ लेके जा रही हैं। कहाँ ले जा रहे हैं मुझे नहीं मालूम। ये गुरु जी की लीला बड़ी निराली है। इन्होंने धरती पर कर्म कटवाने के लिए सेवा लेनी होती है तो धरती पे सेवा लेते हैं। जल में ले जाके सेवा करानी होती है तो जल में ले जाते हैं, और अगर वायु में ले जाके सेवा करानी है तो गुरु जी ऊपर ले जाते हैं कि चल हुण इत्थे अपनी सेवा कर। गुरु जी के रंग बड़े निराले हैं। हम तो केवल इनके पीछे पीछे इनकी बाँह पकड़ के चलते चलें, कोई इफ बट किंतु परंतु ना करें, क्योंकि गुरु जी को अपनी वही संगत प्यारी है जो मुँह पे छिप लगा के और चुपचाप सेवा करे। संगत जी गुरु जी ऊपर ले गए हैं। गुरु जी ने दिखाया ऊपर सारे देवी देवते विराजमान हैं अपने अपने सिंहासन के ऊपर, और उन सब से ऊपर एक और सिंहासन है, रतन जड़ित सिंहासन है। गुरु जी जाकर उस सिंहासन पे विराजमान हो गए हैं और गुरु जी ने मुझे अपने पास ही बिठा लिया है। इतने में गुरु जी ने दिखाया कुछ लोग आए हैं, आंटी अंकल हैं जिन्होंने वाइट कपड़े पहने हुए हैं। मैं गुरु जी से कह रही हूँ, गुरु जी ये लोग कौन ने? कहते 16 सगियां ने चोला त्याग चुकी हैं। तो मैं कह रही हूँ गुरु जी ये चोला त्याग चुकी हैं तो फिर इन्होंने नवा चोला क्यों नहीं दिता? कहते कई बार सोल चोला त्याग दिंदी है लेकिन ਉਹਦੇ ਕਰਮ ਬਾਕੀ ਹੁੰਦੇ ਨੇ। अगर ਉਹਦੇ ਕਰਮ ਆਪਣੇ ਆਸ-ਪਾਸ ਹੀ ਕੱਟਣੇ ਹੁੰਦੇ ਨੇ, ਯਾਨੀ ਉਹਦੇ ਦੁਆਰਾ ਹੀ ਕੱਟਣੇ ਹੁੰਦੇ ਨੇ, ਤੇ ਉਹਦੇ ਕਰਮ ਕਟਵਾ ਕੇ ਔਰ ਫਿਰ ਉਹ ਨਵਾਂ ਚੋਲਾ ਦੇ ਕੇ ਨਵੀਂ ਯੋਨੀ 'ਚ ਭੇਜਣਾ ਵਾ। ਲੇਕਿਨ ਅਗਰ ਉਹਦੇ ਕਰਮ ਕਿਸੇ ਹੋਰ ਸੰਬੰਧਾਂ ਦੇ ਨਾਲ ਜਾ ਕੇ ਕੱਟਣੇ ਹੁੰਦੇ ਨੇ ਤੇ ਉਹਨਾਂ ਸੰਬੰਧਾਂ ਦੇ ਕੋਲ ਲੈ ਕੇ ਜਾਣਾ ਵਾ, लेखा जोखा साफ करवाना वा, ताई तो अगली यूनि च लैके जावांगा। तो मुझे समझ नहीं आया। कहते देखती नहीं जिन्हां दे घर संतान हो जाती है 2 साल 3 साल 6 महीने, बस वो संतान रहिंदी है, कर्म कटवांदी है, अपना लेखा जोखा साफ करवांदी है, तो फिर वापस अपना चोला त्याग के आ जाती है, क्योंकि ਉਹਦੇ उस यूनि ਦੇ ਹਾਲੇ ਕਰਮ ਬਾਕੀ ਸੀ। ਤੇ ਮੈਂ ਉਹਦੇ ਜਿਸ ਤਰੀਕੇ ਨਾਲ ਵੀ ਕਰਮ ਕਟਾਉਣੇ ਹੁੰਦੇ ਹੈ, ਕਰਮ ਕਟਵਾ ਕੇ ਵਾਪਸ ਲੈ ਕੇ ਆਉਣਾ ਵਾ। ਚੱਲ ਹੁਣ ਅਗਲੀ ਯੋਨੀ ਦਾ ਚੋਲਾ ਪਾ ਤੇ ਆਪਣੇ ਅਗਲੇ ਕਰਮ ਕਟਵਾ। ਮੈਂ ਕਹਿ ਰਹੀ ਹਾਂ ਵਾਹ ਗੁਰੂ ਜੀ, ਇਹ ਤੇ ਬੜੀ ਸੁੰਦਰ ਲੀਲਾ ਹੈ ਤੁਹਾਡੀ। ਗੁਰੂ ਜੀ ਕਹਿੰਦੇ ਹੋਰ ਕੀ, ਫਾਈਲ ਤਾਂ ਮੈਂ ਖੋਲ੍ਹੀ ਹੋਈ ਹੈ ਨਾ, ਮੈਨੂੰ ਪਤਾ ਹੈ ਤੁਸੀਂ ਆਪਣੇ ਕਿਹੜੇ ਕਿਹੜੇ ਕਰਮ ਕਿੱਥੇ ਬਹਿ ਕੇ ਬਣਾਏ ਹੈ, ਕਿਹੜੇ ਸੰਬੰਧਾਂ ਨਾਲ ਬਹਿ ਕੇ ਬਣਾਏ ਹੈ, ਤੇ ਉਹਨਾਂ ਨੂੰ ਕਟਾਉਣ ਦਾ ਤਰੀਕਾ ਵੀ ਮੈਨੂੰ ਹੀ ਪਤਾ ਹੈ। ਇਸ ਕਰਕੇ ਤੇ ਕਹਿਣਾ ਵਾ ਕਰਮ ਅੱਛੇ ਬਣਾਓ ਤਾਂ ਕਿ ਤੁਹਾਡੇ ਆਸਾਨੀ ਨਾਲ ਕਰਮ ਕਟਵਾ ਸਕਾਂ। ਅਗਰ ਕਰਮ ਬਣਾਉਣ ਵੇਲੇ ਤੁਸੀਂ ਸਿਆਣਪ ਵਰਤਦੇ ਹੋ ਤੇ ਬਾਰ-ਬਾਰ ਯੋਨੀਆਂ 'ਚ ਆ ਕੇ ਕਰਮ ਕਟਵਾ ਕੇ ਫਿਰ ਵਾਪਿਸ ਆਉਣਾ ਪੈਂਦਾ ਹੈ, क्योंकि लेखा जोखा कर्जा वो सब कटवाना तो पएगा। गुरु जी कहते ये कर्मां दे लेखे ने, ते कर्मां दे लेखे ते जद तक कटदे नहीं तां तक तुसी अगली यूनि च नहीं जा सकते। मैं कहा हाँ जी गुरु जी ये तो गल सही है। गुरु जी कहते बस फिर इसे करके तो समझा रहे हैं, अपने कर्म साफ सुथरे बनाया करो, अच्छे कर्म कीता करो, अपने संबंधां दे नाल अच्छे कर्म कीता करो। जिस किसी नाल भी पैसे दा लेन देन करदे हो ਉਹਦਾ ਨਾਲੋਂ ਨਾਲ ਹਿਸਾਬ ਕਿਤਾਬ ਬਰਾਬਰ ਕੀਤਾ ਕਰੋ। ਤੁਹਾਨੂੰ ਕੀ ਪਤਾ ਤੁਹਾਡਾ ਕਰਜ਼ਾ ਚੜ ਰਿਹਾ ਹੈ ਜਾਂ ਉਤਰ ਰਿਹਾ ਹੈ,
ਲੇਕਿਨ ਤੁਸੀਂ ਆਪਣਾ ਹਿਸਾਬ ਕਿਤਾਬ ਬਰਾਬਰ ਕੀਤਾ ਕਰੋ, ਕਿਉਂਕਿ ਉਹ ਬਰਾਬਰ ਕਰਨ ਲਈ ਤੁਹਾਨੂੰ ਪਤਾ ਨਹੀਂ ਕਿੰਨੀ ਯੋਨੀਆਂ 'ਚ ਭਟਕਣਾ ਪਏਗਾ। ਇਸ ਕਰਕੇ ਤੇ ਸਮਝਾ ਰਹੇ ਹਾਂ, ਹਿਸਾਬ ਕਿਤਾਬ ਇੱਕ ਇੱਕ ਕਰਮ ਦਾ ਹੁੰਦਾ ਹੈ, ਨਾ ਇੱਕ ਘੱਟ ਨਾ ਇੱਕ ਵੱਧ। ਇਹ ਤੇ ਲੇਖਾ ਜੋਖਾ ਹਰ ਹਾਲ 'ਚ ਸਾਫ਼ ਕਰਾਉਣਾ ਹੀ ਪਏਗਾ, ਜੇ ਉਹਦੇ ਲਈ ਤੁਹਾਨੂੰ ਬਾਰ-ਬਾਰ ਯੋਨੀਆਂ 'ਚ ਆਉਣਾ ਪਏ। ਮੈਂ ਕਿਹਾ ਵਾਹ ਗੁਰੂ ਜੀ, ਬੜੇ ਸ਼ੁਕਰਾਨੇ ਨੇ, ਤੁਹਾਡੀ ਲੀਲਾ ਬੜੀ ਅਪਰੰਪਾਰ ਹੈ। ਕਹਿੰਦੇ ਹੋਰ ਕੀ, ਇਸੇ ਕਰਕੇ ਤੇ ਸਮਝਾ ਰਹੇ ਹਾਂ, ਗੁਰੂ ਨੇ ਤੁਹਾਨੂੰ ਇੰਨਾ ਸੁੰਦਰ ਮਨੁੱਖ ਦਾ ਚੋਲਾ ਦਿੱਤਾ ਹੈ, ਤੇ ਤੁਸੀਂ ਇਸ ਚੋਲੇ ਦੇ ਵਿੱਚ ਆ ਕੇ ਵੀ ਸੇਵਾ ਔਰ ਸਿਮਰਨ ਦੀ ਦਾਤ ਤੁਹਾਨੂੰ ਬਖਸ਼ੀ ਹੈ ਕਿ ਸੇਵਾ ਔਰ ਸਿਮਰਨ ਕਰਦੇ ਹੋਏ, ਆਪਣੇ ਅੱਛੇ ਕਰਮ ਕਰਦੇ ਹੋਏ ਅੱਗੇ ਵਧੋ। ਗੁਰੂ ਜੀ ਕਹਿੰਦੇ ਕਰਦੇ ਨੇ, ਬਹੁਤ ਲੋਕੀ ਕਰਦੇ ਨੇ, ਅੱਛੇ ਕਰਮ ਕਰਦੇ ਹੋਏ ਅੱਗੇ ਵਧਦੇ ਨੇ, ਲੇਕਿਨ ਬੜੇ ਲੋਕੀ ਐਸੇ ਨੇ ਜਿਹੜੇ ਸੇਵਾ ਔਰ ਸਿਮਰਨ ਤੇ ਕੀ ਕਰਨਾ, ਸਿਆਣਪ ਦੀ ਰਾਹ ਤੇ ਅੱਗੇ ਵਧਦੇ ਜਾਂਦੇ ਨੇ। ਉਹ ਸੋਚਦੇ ਨੇ ਸਾਡੇ ਕੀਤੇ ਹੋਏ ਕਰਮਾਂ ਦਾ ਕਿਸੇ ਨੂੰ ਕੀ ਪਤਾ ਲੱਗੇਗਾ। ਨਾ 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 ਨਾ, ਧਰਮਰਾਜ ਨੇ ਜਦ ਲੇਖਾ ਮੰਗਣਾ ਹੈ ਤੇ ਕਿਸੇ ਨੇ ਆ ਕੇ ਤੁਹਾਡੀ ਬਾਂਹ ਨਹੀਂ ਫੜਨੀ। ਆਪਣੇ ਕਰਮ ਦਾ ਹਿਸਾਬ ਕਿਤਾਬ ਤੁਹਾਨੂੰ ਆਪ ਹੀ ਦੇਣਾ ਪੈਣਾ ਹੈ। ਔਰ ਗੁਰੂ ਜੀ ਕਹਿੰਦੇ ਛੋਟੇ ਤੋਂ ਛੋਟੇ ਕਰਮ ਦਾ ਹਿਸਾਬ ਕਿਤਾਬ ਵੀ ਅਵਸ਼ਯ ਦੇਣਾ ਪਏਗਾ। ਇਸ ਕਰਕੇ ਤੇ ਬਾਰ-ਬਾਰ ਸਮਝਾਉਣਾ ਵਾ, ਅੱਛੇ ਸਾਫ਼ ਸੁਥਰੇ ਕਰਮ ਕਰੋ, ਤਾਂ ਕਿ ਆਉਣ ਵਾਲੀ ਯੋਨੀਆਂ 'ਚ ਤੁਹਾਨੂੰ ਸਾਫ਼ ਸੁਥਰਾ ਜਨਮ ਮਿਲੇ ਔਰ ਤੁਹਾਨੂੰ ਯੋਨੀਆਂ ਨੂੰ ਭੁਗਤਣਾ ਨਾ ਪਏ। ਬਸ ਇਹੀਓ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ।